9ਵੀਂ ਅਤੇ 10ਵੀਂ ਕਲਾਸ ਦੇ ਬਹੁਤ ਹੀ ਪਿਆਰੇ ਵਿਦਿਆਰਥੀਓ, ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ। ਪਿਆਰੇ ਵਿਦਿਆਰਥੀਓ, ਚੈਪਟਰ 2 ਬਹੁਪਦ 9ਵੀਂ ਅਤੇ 10ਵੀਂ ਦਾ ਕਾਮਨ ਵਿਸ਼ਾ ਹੈ। ਇਸ ਲਈ ਇਹ ਵੀਡੀਓ ਦੋਹਾਂ ਕਲਾਸਾਂ ਲਈ ਹੈ। ਇਸ ਵੀਡੀਓ ਦੇ ਵਿੱਚ ਬਹੁਪਦ ਦੇ ਪੂਰੇ ਕਨਸੈਪਟ ਸਮਝਾਏ ਗਏ ਹੈ। ਬੇਟਾ, ਜਦੋਂ ਗਣਿਤ ਦੀ ਵਾਰੀ ਆਉਂਦੀ ਹੈ ਤਾਂ ਇਹ ਵਿਸ਼ਾ ਇਸੇ ਲਈ ਔਖਾ ਲੱਗਦਾ ਹੈ ਕਿ ਕਈ ਵਾਰ ਵਿਦਿਆਰਥੀ ਕਨਸੈਪਟ ਸਮਝਣ ਤੋਂ ਬਿਨਾਂ ਹੀ ਐਕਸਰਸਾਈਜ਼ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹੈ। ਬੇਟਾ, ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਤੁਸੀਂ ਕਨਸੈਪਟ ਨੂੰ ਅੱਛੀ ਤਰ੍ਹਾਂ ਸਮਝਣਾ ਹੈ, ਕਿਉਂਕਿ ਕਨਸੈਪਟ ਹੁੰਦਾ ਨਾ ਜਿਹੜਾ, ਉਹ ਸਾਰੇ ਹੀ ਗਣਿਤ ਦਾ ਮੂਲ ਮੰਤਰ ਹੁੰਦਾ ਹੈ। ਕਨਸੈਪਟ ਦਾ ਮਤਲਬ ਹੁੰਦਾ ਹੈ ਕਿ ਰੂਲ, ਫਾਰਮੂਲੇ ਕੀ ਹੈ, ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਨਾ ਹੈ। ਜੇ ਤੁਹਾਨੂੰ ਕਨਸੈਪਟ ਸਮਝ ਆ ਗਿਆ ਤਾਂ ਸਮਝ ਲਓ ਗਣਿਤ ਆ ਗਿਆ। ਮੈਂ ਜਦੋਂ ਕੋਈ ਵੀ ਐਕਸਰਸਾਈਜ਼ ਤੁਹਾਨੂੰ ਦੱਸਦੀ ਹਾਂ ਤਾਂ ਸਾਰਿਆਂ ਤੋਂ ਪਹਿਲਾਂ ਉਸ ਦੇ ਕਨਸੈਪਟ ਹੀ ਸਮਝਾਉਣੀ ਹੈ। ਮੰਨ ਲਓ ਤੁਹਾਨੂੰ ਇੱਕ ਵਾਰ ਦੇ ਵਿੱਚ ਕਨਸੈਪਟ ਨਹੀਂ ਸਮਝ ਆਇਆ ਤਾਂ ਇਸ ਵੀਡੀਓ ਨੂੰ ਰਿਵਾਈਂਡ ਕਰਕੇ 2-3 ਵਾਰ ਤੁਸੀਂ ਸੁਣੋ ਤਾਂ ਕਿ ਤੁਹਾਨੂੰ ਕਨਸੈਪਟ ਅੱਛੀ ਤਰ੍ਹਾਂ ਆ ਜੇ। ਜਦੋਂ ਤੁਹਾਨੂੰ ਕਨਸੈਪਟ ਆ ਜਾਏਗਾ ਤਾਂ ਕੁਐਸਚਨ ਤਾਂ 2 ਮਿੰਟ ਦੇ ਵਿੱਚ ਹੀ ਹੱਲ ਹੋ ਜਾਣਗੇ। ਸ਼ੁਰੂ ਕਰਦੇ ਹਾਂ ਚੈਪਟਰ 2 ਬਹੁਪਦ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਬਹੁਪਦ ਕੀ ਹੁੰਦਾ ਹੈ। ਬਹੁਪਦ ਅਸਲ ਵਿੱਚ ਇੱਕ ਬੀਜ ਗਣਿਤਕ ਵਿਅੰਜਕ ਹੁੰਦਾ ਹੈ ਜਿਹੜਾ ਕਿ ਚੱਲ ਤੇ ਅਚਲ ਸੰਖਿਆਵਾਂ ਦੇ ਨਾਲ ਮਿਲ ਕੇ ਬਣਦਾ ਹੈ। ਹੁਣ ਚੱਲ ਸੰਖਿਆਵਾਂ ਕਿਹੜੀਆਂ ਹੈਗੀਆਂ? ਜਿਸ ਤਰ੍ਹਾਂ ਇਸ ਵਿੱਚ x ਇੱਕ ਚੱਲ ਸੰਖਿਆ ਹੈ। ਚੱਲ ਸੰਖਿਆ ਦਾ ਮਤਲਬ ਇਹ ਹੈ ਇਹਦੀ ਜਿਹੜੀ ਵੈਲਿਊ ਹੈਗੀ ਹੈ ਉਹ ਬਦਲਦੀ ਰਹਿੰਦੀ ਹੈ। ਪਰ ਜਿਹੜੀਆਂ ਅਚਲ ਸੰਖਿਆਵਾਂ ਹੈ, ਜਿਵੇਂ ਕਿ ਮੈਂ ਇਹਦੇ ਵਿੱਚ ਲਈਆਂ ਹੈ A B C ਵਗੈਰਾ, ਜਿਹੜੀਆਂ ਇਸ ਤੋਂ ਅੱਗੇ ਹੋਰ ਵੀ ਜਾਣਗੀਆਂ, ਉਹ ਸਾਰੀਆਂ ਅਚਲ ਸੰਖਿਆਵਾਂ ਹੈ। ਹੁਣ ਅਚਲ ਸੰਖਿਆਵਾਂ ਕਿਹੜੀਆਂ ਹੁੰਦੀਆਂ? ਜਿਨ੍ਹਾਂ ਦੀ ਕੀਮਤ ਬਿਲਕੁਲ ਨਹੀਂ ਬਦਲਦੀ, ਜਿੰਨੀ ਹੈਗੀ ਓਨੀ ਹੀ ਰਹਿੰਦੀ ਹੈ। ਮੰਨ ਲਓ ਆਪਾਂ ਕਹਿ ਦਈਏ 5, ਤਾਂ 5 ਦੀ ਕੀਮਤ 5 ਹੀ ਰਹੇਗੀ। ਇਹਨੂੰ ਆਪਾਂ ਜਿੱਥੇ ਮਰਜ਼ੀ ਵਰਤੀਏ, 5 ਦੀ ਕੀਮਤ ਹੈ ਜਿਹੜੀ ਉਹ ਨਾ 2 ਹੋ ਸਕਦੀ ਹੈ ਤੇ ਨਾ ਹੀ ਉਹ 7 ਹੋ ਸਕਦੀ ਹੈ। ਇਸ ਲਈ ਇਹ ਜਿਹੜੀਆਂ A B C ਮੈਂ ਲਈਆਂ, ਇਹਦੇ ਵਿੱਚ ਇਹ ਅਚਲ ਸੰਖਿਆਵਾਂ ਹਨ। ਇਹਨੂੰ ਜਿਸ ਤਰ੍ਹਾਂ ਆਪਾਂ ਲਿਖਿਆ AX ਦੀ ਪਾਵਰ n, ਜਾਂ ਆਪਾਂ ਦੂਸਰੀ ਲਿਖੀਏ BX ਦੀ ਪਾਵਰ n-1, ਇਹਨਾਂ ਨੂੰ ਆਪਾਂ ਪਦ ਕਹਿੰਦੇ ਆ ਜਾਂ ਟਰਮਸ ਕਹਿੰਦੇ ਆ। ਤੇ ਜਦੋਂ ਆਪਾਂ ਬਹੁਪਦ ਲਿਖਦੇ ਹਾਂ ਤਾਂ ਇਹ ਜਿਹੜੀਆਂ ਟਰਮਸ ਹੈਗੀਆਂ ਆਪਸ ਦੇ ਵਿੱਚ ਪਲੱਸ ਜਾਂ ਮਾਈਨਸ ਦੇ ਸਾਈਨ ਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ। ਤੇ ਬੀਜ ਗਣਿਤਕ ਵਿਅੰਜਕ ਨੂੰ ਬਹੁਪਦ ਆਪਾਂ ਉਸ ਵੇਲੇ ਹੀ ਕਹਿ ਸਕਦੇ ਹਾਂ ਜਦੋਂ ਇਸ ਵਿੱਚ ਜਿੰਨੀਆਂ ਵੀ ਚੱਲ ਸੰਖਿਆਵਾਂ ਹੈ ਉਹਨਾਂ ਦੀ ਜਿਹੜੀ ਘਾਤ ਹੈਗੀ ਹੈ ਉਹ ਗੈਰ ਰਿਣਾਤਮਕ ਹੋਵੇ। ਮਤਲਬ ਉਹਨਾਂ ਦੀ ਜਿਹੜੀ ਘਾਤ ਹੈਗੀ ਹੈ ਨਾ ਤਾਂ ਉਹ ਨੈਗੇਟਿਵ ਹੋਣੀ ਚਾਹੀਦੀ ਹੈ ਤੇ ਨਾ ਹੀ ਫ੍ਰੈਕਸ਼ਨ ਮਤਲਬ ਬਟਿਆਂ ਦੇ ਵਿੱਚ ਹੋਣੀ ਚਾਹੀਦੀ ਹੈ। ਪਦ ਨੂੰ ਲਿਖਣ ਵਾਸਤੇ ਆਪਾਂ px ਦਾ ਇਸਤੇਮਾਲ ਕਰ ਸਕਦੇ ਹਾਂ। ਇਸ ਦਾ ਕੀ ਮਤਲਬ ਹੈ? ਪੋਲੀਨੋਮੀਅਲ ਇਨ x। ਇੱਥੇ ਮੈਂ x ਕਿਉਂ ਲਿਖਿਆ? ਕਿਉਂਕਿ ਸਾਡਾ ਸਾਰਾ ਦਾ ਸਾਰਾ ਜਿਹੜਾ ਪੋਲੀਨੋਮੀਅਲ ਹੈ, ਸਾਰੇ ਦਾ ਸਾਰਾ ਜਿਹੜਾ ਬਹੁਪਦ ਹੈ, ਉਸ ਵਿੱਚ ਚੱਲ ਸੰਖਿਆ x ਹੈ। ਇਸ ਲਈ ਮੈਂ ਇੱਥੇ x ਲਿਖਿਆ। ਅਗਰ ਮੈਂ ਇਹੀ y ਲਿਖਾਂ ਤਾਂ ਫਿਰ ਮੈਂ ਇੱਥੇ py ਲਿਖੂੰਗੀ। ਅਗਰ ਮੈਂ ਇਹਨੂੰ z ਦੇ ਵਿੱਚ ਲਿਖੂੰਗੀ ਤਾਂ ਇੱਥੇ pz ਲਿਖੂੰਗੀ। ਗੱਲ ਕਰਦੇ ਹਾਂ ਕਿ ਬਹੁਪਦ ਦੀ ਡਿਗਰੀ ਕੀ ਹੁੰਦੀ ਹੈ। ਤਾਂ ਬੇਟਾ, ਜਿਹੜਾ ਆਪਾਂ ਨੂੰ ਬਹੁਪਦ ਦਿੱਤਾ ਹੋਵੇ ਉਸ ਵਿੱਚ ਜਿਹੜੀਆਂ ਚੱਲ ਦੀ ਸਭ ਤੋਂ ਵੱਡੀ ਘਾਤ ਹੋਏਗੀ ਉਸ ਨੂੰ ਆਪਾਂ ਬਹੁਪਦ ਦੀ ਡਿਗਰੀ ਕਹਿੰਦੇ ਆ। ਫੋਰ ਐਗਜ਼ਾਮਪਲ, ਇਹ ਆਪਾਂ ਨੂੰ ਇੱਕ ਬਹੁਪਦ ਦਿੱਤਾ ਹੋਇਆ ਹੈ ਤਾਂ ਇਸ ਵਿੱਚ ਸਭ ਤੋਂ ਵੱਡੀ ਘਾਤ ਹੈ ਇਸ ਦੀ n, ਤਾਂ ਆਪਾਂ ਇਹ ਕਵਾਂਗੇ ਇਸ ਦੀ ਡਿਗਰੀ n ਹੈ। ਪਰ ਇਹ ਡਿਗਰੀ n ਤਾਂ ਹੀ ਹੋਏਗੀ ਜੇਕਰ ਇਹ 0 ਦੇ ਬਰਾਬਰ ਨਾ ਹੋਵੇ। ਬੇਟਾ, ਕਈ ਵਾਰ ਸਾਨੂੰ ਜਦੋਂ ਬਹੁਪਦ ਦਿੱਤਾ ਹੋਇਆ ਹੁੰਦਾ ਹੈ ਉਸ ਵਿੱਚ ਚੱਲ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਆ। ਤਾਂ ਇਹਦੇ ਵਿੱਚ ਆਪਾਂ ਦੇਖਦੇ ਹਾਂ, ਮੈਂ ਆ ਇੱਕ ਐਗਜ਼ਾਮਪਲ ਲਈ ਹੈ। ਇਸ ਵਿੱਚ ਇੱਕ ਨਹੀਂ ਸਗੋਂ 2 ਚੱਲ ਹਨ। ਇੱਕ x ਲਿਆ ਮੈਂ, ਇੱਕ y ਲਿਆ। ਇਹਦੇ ਵਿੱਚ ਇਕੱਲਾ x ਹੈ। ਬਹੁਪਦ ਦੀ ਡਿਗਰੀ ਜਾਣਨ ਨੂੰ ਲੱਗਿਆ ਆਪਾਂ ਨੂੰ ਇਹ ਵੀ ਵੇਖਣਾ ਪੈਂਦਾ ਹੈ ਕਿ ਜਿਹੜਾ ਬਹੁਪਦ ਹੈ ਉਸ ਵਿੱਚ ਕਿੰਨੇ ਚੱਲ ਹਨ। ਹੁਣ ਜਿਹੜਾ ਮੈਂ ਪਹਿਲੀ ਐਗਜ਼ਾਮਪਲ ਲਈ ਹੈ ਇਸ ਵਿੱਚ ਇੱਕੋ ਹੀ ਚੱਲ ਹੈ ਤੇ ਇਸ ਦੀ ਹਾਈਐਸਟ ਘਾਤ ਹੈ ਜਿਹੜੀ ਉਹ 4 ਹੈ, ਤਾਂ ਇੱਥੇ ਇਸ ਦੀ ਡਿਗਰੀ ਫਿਰ 4 ਹੋਵੇਗੀ। ਜੇ ਮੈਂ ਦੂਸਰੀ ਐਗਜ਼ਾਮਪਲ ਨੂੰ ਦੇਖਾਂ ਤਾਂ ਇਸ ਵਿੱਚ ਆਪਾਂ ਕੀ ਦੇਖਦੇ ਹਾਂ? ਜਿਹੜਾ ਚੱਲ ਹੈਗਾ ਪਹਿਲੇ ਵਿੱਚ 1 ਲੱਗਿਆ ਹੋਇਆ ਸੀ, ਪਰ ਇਹਦੇ ਵਿੱਚ 2 ਚੱਲ ਲੱਗੇ ਹੋਏ ਆ। ਇੱਥੇ 2 ਲੱਗੇ ਹੋਏ ਆ, ਆ ਇੱਥੇ 1 ਲੱਗਿਆ ਹੋਇਆ। ਤਾਂ ਜਦੋਂ ਹੁਣ ਆਪਾਂ ਇਸ ਦੀ ਡਿਗਰੀ ਦੇਖਣੀ ਹੈ ਤਾਂ ਆਪਾਂ ਇਹਨਾਂ ਘਾਤਾਂ ਨੂੰ ਜੋੜ ਕੇ ਦੇਖਣਾ ਕਿੰਨਾ ਹੈ। ਇੱਕ ਟਰਮ ਦੇ ਵਿੱਚ 2 + 1 3 ਹੈ, ਤਾਂ ਇਸ ਲਈ ਆਪਾਂ ਡਿਗਰੀ ਇੱਥੇ 2 ਨਹੀਂ ਕਵਾਂਗੇ, ਇਸ ਦੀ ਡਿਗਰੀ ਆਪਾਂ 3 ਕਵਾਂਗੇ। ਤਾਂ ਜਿਹੜੀ ਤੀਸਰੀ ਐਗਜ਼ਾਮਪਲ ਲਈ ਹੈ ਉਹਦੇ ਵਿੱਚ 1 ਚੱਲ ਹੈ ਤੇ 1 ਚੱਲ ਦੇ ਵਿੱਚ ਹੀ ਇਹ ਬਹੁਪਦੀ ਲਿਖੀ ਹੋਈ ਹੈ,
पर उसकी सब तो वड्डी घात 3 है, सो डिग्री 3 होएगी। गल करते हैं कि बहुपद दीयां किस्मां। पहली टाइप है पदां दे आधार ते। तां जेकर साडे कोले एक संख्या है ਤਾਂ ਉਹਨੂੰ ਆਪਾਂ ਕਵਾਂਗੇ ਇੱਕ ਪਦੀ। ਜੇਕਰ ਸਾਡੇ ਕੋਲੇ ਦੋ ਸੰਖਿਆਵਾਂ ਹੈ, ਇੱਥੇ ਦੇਖੋ ਇੱਕ ਹੈਗੀ ਹੈ 3x, ਇੱਕ ਹੈਗੀ ਹੈ 7 ਤੇ ਦੋਨੋਂ ਪਲੱਸ ਦੇ ਸਾਈਨ ਨਾਲ ਜੁੜੀਆਂ ਹੋਈਆਂ, ਇਹਨੂੰ ਆਪਾਂ ਕਵਾਂਗੇ ਦੋ ਪਦੀ। ਇਹਦੇ ਵਿੱਚ ਆਪਾਂ ਦੇਖਦੇ ਹਾਂ 1 2 ਤੇ 3, ਤਿੰਨ ਸੰਖਿਆਵਾਂ ਪਲੱਸ ਦੇ ਸਾਈਨ ਨਾਲ ਜੁੜੀਆਂ ਹੋਈਆਂ, ਇਹਨੂੰ ਆਪਾਂ ਕਵਾਂਗੇ ਤਿੰਨ ਪਦੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਬਹੁਪਦ ਦੀਆਂ ਕਿਸਮਾਂ ਘਾਤ ਦੇ ਆਧਾਰ ਤੇ ਕਿਹੜੀਆਂ-ਕਿਹੜੀਆਂ ਹੁੰਦੀਆਂ। ਤਾਂ ਪਹਿਲੀ ਜਿਹੜੀ ਆਪਾਂ ਐਗਜ਼ਾਮਪਲ ਲਈ ਹੈ ਉਹ ਹੈ 3x + 1। ਤਾਂ ਇਸ ਦੀ ਜਿਹੜੀ ਸਭ ਤੋਂ ਵੱਡੀ ਘਾਤ ਹੈ ਉਹ ਇੱਥੇ ਹੈ 1। ਜੇਕਰ ਵੱਡੀ ਤੋਂ ਵੱਡੀ ਘਾਤ 1 ਹੋਵੇ, ਮਤਲਬ ਜੇਕਰ ਬਹੁਪਦ ਦੀ ਡਿਗਰੀ 1 ਹੋਵੇ ਤਾਂ ਆਪਾਂ ਉਹਨੂੰ ਕਹਿੰਦੇ ਆ ਰੇਖੀ ਬਹੁਪਦ। ਪਰ ਜੇਕਰ ਆਪਣੇ ਕੋਲੇ ਵੱਡੀ ਤੋਂ ਵੱਡੀ ਘਾਤ 2 ਹੋਵੇ ਤਾਂ ਉਸ ਨੂੰ ਆਪਾਂ ਕਵਾਂਗੇ ਦੋ ਘਾਤੀ ਬਹੁਪਦ। ਇਸੇ ਤਰ੍ਹਾਂ ਬਹੁਪਦ ਦੀ ਅਗਰ ਸਭ ਤੋਂ ਵੱਡੀ ਘਾਤ 3 ਹੈ, ਮਤਲਬ ਉਸ ਦੀ ਡਿਗਰੀ 3 ਹੈ, ਤਾਂ ਉਸ ਨੂੰ ਆਪਾਂ ਕਵਾਂਗੇ ਤਿੰਨ ਘਾਤੀ ਬਹੁਪਦ ਹੈ ਜੀ। ਬਹੁਪਦ ਦੀਆਂ ਕਿਸਮਾਂ ਚੱਲ ਦੇ ਆਧਾਰ ਤੇ। ਜੇਕਰ ਆਪਣੇ ਬਹੁਪਦ ਦੇ ਵਿੱਚ ਆਪਾਂ ਇੱਕ ਚੱਲ ਨੂੰ ਵਰਤਿਆ ਹੈਗਾ ਤਾਂ ਉਹਨੂੰ ਆਪਾਂ ਕਵਾਂਗੇ ਇੱਕ ਚੱਲ ਵਾਲਾ ਬਹੁਪਦ। ਪਰ ਜੇਕਰ ਸਾਡੇ ਬਹੁਪਦ ਦੇ ਵਿੱਚ ਦੋ ਚੱਲ ਵਰਤੇ ਹੋਏ ਆ ਤਾਂ ਆਪਾਂ ਕਵਾਂਗੇ ਦੋ ਚੱਲ ਵਾਲਾ ਬਹੁਪਦ। ਇਸ ਤਰ੍ਹਾਂ ਜਿੰਨੇ ਅਸੀਂ ਉਹਦੇ ਵਿੱਚ ਚੱਲ ਵਰਤੇ ਹੋਏ ਹੋਣਗੇ ਉਹਨਾਂ ਦੀ ਗਿਣਤੀ ਦੇ ਮੁਤਾਬਕ ਹੀ ਉਸ ਬਹੁਪਦ ਦਾ ਨਾਮ ਹੋਏਗਾ। ਐਕਸਰਸਾਈਜ਼ 2.1 ਨੂੰ ਹੱਲ ਕਰਦੇ ਹਾਂ। ਹੇਠਾਂ ਲਿਖੇ ਵਿਅੰਜਕਾਂ ਵਿੱਚੋਂ ਕਿਹੜਾ ਬਹੁਪਦ ਇੱਕ ਚੱਲ ਵਿੱਚ ਹੈ ਤੇ ਕਿਹੜਾ ਨਹੀਂ ਹੈ। ਤਾਂ ਪਾਰਟ 1 ਦੇ ਵਿੱਚ ਆਪਾਂ ਜੇ ਦੇਖੀਏ ਤਾਂ ਇਹਦੇ ਵਿੱਚ ਚੱਲ ਇੱਕ ਹੀ ਲੱਗਿਆ ਹੋਇਆ ਹੈ। ਇੱਥੇ x ਦੀ ਪਾਵਰ 2 ਹੈ, ਇੱਥੇ x ਦੀ ਪਾਵਰ 1 ਹੈ ਤੇ ਇਹ ਇੱਕ ਕਾਂਸਟੈਂਟ ਟਰਮ ਹੈ, ਵਾਸਤਵਿਕ ਸੰਖਿਆ ਹੈ। ਤਾਂ ਇਹ ਬਿਲਕੁਲ ਠੀਕ ਹੈ ਕਿਉਂਕਿ ਕਿਸੇ ਵੀ ਬਹੁਪਦੀ ਦੇ ਲਈ ਪਾਵਰ ਜਿਹੜੀ ਹੈਗੀ ਹੈ ਉਹ ਨਾ ਰਿਣਾਤਮਕ ਹੋਵੇ ਤੇ ਨਾ ਹੀ ਬਟਿਆਂ ਵਿੱਚ ਹੋਵੇ। ਤਾਂ ਇਸ ਲਈ ਆਪਾਂ ਕਵਾਂਗੇ ਕਿ ਪਹਿਲੀ ਜਿਹੜੀ ਸਾਨੂੰ ਵਿਅੰਜਕ ਦਿੱਤਾ ਉਹ ਬਹੁਪਦੀ ਹੈ। ਇਸੇ ਤਰ੍ਹਾਂ ਆਪਾਂ ਦੂਸਰੇ ਦੇ ਵਿੱਚ ਵੇਖਦੇ ਹਾਂ, ਇੱਥੇ y ਦੀ ਪਾਵਰ 2 ਹੈ ਜਿਹੜੀ ਕਿ ਇੱਕ ਪੂਰਨ ਸੰਖਿਆ ਹੈ ਤੇ +√2 ਹੈ ਜੋ ਕਿ ਇੱਕ ਵਾਸਤਵਿਕ ਸੰਖਿਆ, ਇਸ ਲਈ ਇਹ ਵੀ ਬਹੁਪਦੀ ਹੈ। ਤੀਸਰੀ ਦੇ ਵਿੱਚ ਆਪਾਂ ਦੇਖਦੇ ਹਾਂ 3√t + t√2। ਇਹ ਠੀਕ ਹੈ ਕਿ ਇਹਦੇ ਵਿੱਚ ਚੱਲ ਤਾਂ ਇੱਕ ਹੀ ਹੈ, ਪਰ ਜਿਹੜੀ ਪਹਿਲੀ ਟਰਮ ਹੈ ਉੱਥੇ √t ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, t ਦੀ ਪਾਵਰ 1/2। ਤਾਂ ਇੱਥੇ ਜਿਹੜੀ ਚੱਲ ਦੀ ਪਾਵਰ ਹੈ ਉਹ ਬਟਿਆਂ ਵਿੱਚ ਹੋ ਗਈ ਹੈ। ਦੂਸਰੀ ਟਰਮ ਭਾਵੇਂ ਠੀਕ ਹੈ, ਪਰ ਜਦੋਂ ਕੋਈ ਵੀ ਬਹੁਪਦੀ ਹੁੰਦੀ ਹੈ ਤਾਂ ਉਸ ਦੀ ਹਰ ਇੱਕ ਟਰਮ ਦੀ ਜਿਹੜੀ ਪਾਵਰ ਹੈ ਨਾ ਤਾਂ ਉਹ ਨੈਗੇਟਿਵ ਹੋਣੀ ਚਾਹੀਦੀ ਹੈ ਤੇ ਨਾ ਹੀ ਬਟਿਆਂ ਦੇ ਵਿੱਚ ਹੋਣੀ ਚਾਹੀਦੀ ਹੈ। ਇਸ ਲਈ ਆਪਾਂ ਕਵਾਂਗੇ ਕਿ ਇਹ ਦਿੱਤਾ ਹੋਇਆ ਵਿਅੰਜਕ ਹੈ ਜਿਹੜਾ ਉਹ ਬਹੁਪਦੀ ਨਹੀਂ। ਤੇ ਇਹਦਾ ਲਿਖਣ ਦਾ ਤਰੀਕਾ ਕੀ ਹੈ, ਕਿਉਂਕਿ t ਦੀ ਘਾਤ 1/2 ਹੈ ਜੋ ਕਿ ਪੂਰਨ ਸੰਖਿਆ ਨਹੀਂ ਹੈ, ਇਸ ਲਈ ਇਹ ਵਿਅੰਜਕ ਬਹੁਪਦੀ ਨਹੀਂ ਹੈ। ਇਸ ਚੌਥੇ ਪਾਰਟ ਨੂੰ ਦੇਖਦੇ ਹਾਂ ਤਾਂ ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, y + 2 ਗੁਣਾ y ਦੀ ਪਾਵਰ -1 ਹੋ ਗਈ। ਇਹਨੂੰ ਆਪਾਂ ਉੱਪਰ ਲੈ ਗਏ, ਉੱਪਰ ਲਿਜਾ ਕੇ y ਦੀ ਪਾਵਰ ਮਾਈਨਸ ਦੀ ਹੋ ਗਈ। ਹੁਣ ਇਹ ਬਹੁਪਦੀ ਨਹੀਂ ਕਿਉਂਕਿ ਇਹ ਜਿਹੜੀ ਘਾਤ ਹੈ ਰਿਣਾਤਮਕ ਹੈ। ਤਾਂ ਆਪਾਂ ਇਹਨੂੰ ਲਿਖਣਾ ਕਿਵੇਂ ਹੈ, ਕਿਉਂਕਿ y ਦੀ ਘਾਤ ਪੂਰਨ ਸੰਖਿਆ ਨਹੀਂ ਹੈ, ਇਸ ਲਈ ਇਹ ਬਹੁਪਦੀ ਨਹੀਂ ਹੈ। ਤਾਂ ਆਪਾਂ ਹੁਣ ਅਗਲੇ ਪਾਰਟ ਨੂੰ ਦੇਖਦੇ ਹਾਂ। ਆਪਣਾ ਕੁਐਸਚਨ ਇਹ ਹੈ ਕਿ ਬਹੁਪਦੀ ਇੱਕ ਚੱਲ ਵਿੱਚ ਹੈ ਕਿ ਨਹੀਂ, ਪਰ ਆਪਾਂ ਇਸ ਵਿੱਚ ਕੀ ਦੇਖਦੇ ਹਾਂ, ਇਸ 'ਚ ਚੱਲ 3 ਦਿੱਤੇ ਹੋਏ ਹੈ, ਇਸ ਲਈ ਇਹ ਇੱਕ ਚੱਲ ਵਿੱਚ ਬਹੁਪਦੀ ਨਹੀਂ ਹੈ। 2 ਦੇ ਵਿੱਚ ਸਾਨੂੰ ਪੁੱਛਿਆ ਗਿਆ ਕਿ x² ਦਾ ਗੁਣਾਂਕ ਲਿਖੋ। ਤਾਂ ਆਪਾਂ ਪੂਰੇ ਦੇ ਪੂਰੇ ਬਹੁਪਦ ਨੂੰ ਦੇਖਾਂਗੇ। ਇੱਥੇ x² ਦੀ ਆਹ ਟਰਮ ਹੈ ਤੇ ਇਹਦੇ ਨਾਲ ਕੁਝ ਵੀ ਨਹੀਂ, ਤਾਂ ਇੱਥੇ ਹੈ 1, ਤਾਂ ਇਸ ਦਾ ਆਨਸਰ ਆ ਜਾਏਗਾ 1। ਇੱਥੇ x² ਦੇ ਨਾਲ ਕੋਈ ਨਹੀਂ ਹੈ ਤਾਂ ਬਾਹਰ ਲੱਗਿਆ ਮਾਈਨਸ, ਤਾਂ ਇੱਥੇ ਆ ਜਾਏਗਾ -1। ਇੱਥੇ ਆਨਸਰ ਹੋ ਗਿਆ -1, ਇੱਥੇ ਹੋ ਗਿਆ 1। ਤਾਂ ਇੱਥੇ x² ਦਾ ਕੋਐਫੀਸ਼ੀਐਂਟ ਹੈ ਜਿਹੜਾ ਉਹ ਹੈ π/2। ਜਦੋਂ ਆਪਾਂ ਚੌਥਾ ਪਾਰਟ ਦੇਖਦੇ ਹਾਂ ਤਾਂ ਇਹਦੇ ਵਿੱਚ x² ਵਾਲੀ ਰਕਮ ਹੈ ਨਹੀਂ, ਇਹਨੂੰ ਆਪਾਂ ਲਿਖ ਸਕਦੇ ਹਾਂ 0x², ਤਾਂ ਆਨਸਰ ਆ ਜਾਏਗਾ 0। ਕੁਐਸਚਨ ਨੰਬਰ 3 ਦੇ ਵਿੱਚ ਆਪਾਂ ਲਿਖਣਾ ਹੈ 35 ਘਾਤ ਦਾ 2 ਪਦ ਦਾ ਲਿਖਣਾ ਤੇ 100 ਘਾਤ ਵਾਲਾ ਆਪਾਂ ਇੱਕ ਪਦੀ ਦੀ ਉਦਾਹਰਨ ਦੇਣੀ ਹੈ। ਆਪਾਂ ਕੀ ਕਰਾਂਗੇ, x ਦੀ ਘਾਤ 35 ਲਿਆ +1 ਲਿਖ ਦਿੱਤਾ ਇੱਥੇ, ਤਾਂ ਇਹ 2 ਪਦ ਆਪਾਂ ਲਿਖ ਦਿੱਤੇ ਹੈ। ਇਸੇ ਤਰ੍ਹਾਂ ਆਪਾਂ 100 ਘਾਤ ਵਾਲਾ ਇੱਕ ਲਿਖਣਾ ਹੈ। ਸਪੋਜ਼ ਆਪਾਂ ਵੇਰੀਏਬਲ ਜਿਹੜਾ ਸੀਗਾ ਚੱਲ ਸੀ y ਲੈ ਲਿਆ, ਉਹਦੀ ਘਾਤ ਆਪਾਂ 100 ਲਿਖ ਦਿੱਤੀ, ਪਰ ਪਦ ਆਪਾਂ ਇੱਕ ਹੀ ਰੱਖਣਾ ਹੈ। 4 ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਕਿ ਜਿਹੜੇ ਸਾਨੂੰ ਬਹੁਪਦ ਦਿੱਤੇ ਹੋਏ ਆ ਉਹਦੀ ਆਪਾਂ ਘਾਤ ਲਿਖਣੀ ਹੈ। ਘਾਤ ਇਸ ਵਿੱਚ ਸਭ ਤੋਂ ਵੱਡੀ ਹੈ ਜਿਹੜੀ ਉਹ 3 ਹੈ, ਤੇ ਇੱਥੇ ਆਨਸਰ ਆ ਜਾਏਗਾ 3। ਤੇ ਇਹਦੇ ਵਿੱਚ ਘਾਤ 2 ਹੈ ਤੇ ਇਹਦਾ ਆਨਸਰ 2 ਆ ਜਾਏਗਾ। ਇਹਦੇ ਵਿੱਚ ਘਾਤ ਇੱਥੇ ਕੋਈ ਨਹੀਂ ਤਾਂ ਮਤਲਬ t ਦੀ ਘਾਤ ਇੱਥੇ 1 ਆ ਜਾਏਗੀ,
ਤੇ ਇੱਥੇ ਕੋਈ ਵੀ ਨਹੀਂ ਤਾਂ ਇਹਨੂੰ ਆਪਾਂ x ਦੀ ਪਾਵਰ 0 ਨਾਲ ਲਿਖ ਸਕਦੇ ਹਾਂ, ਕਿਉਂਕਿ x ਦੀ ਪਾਵਰ 0 ਦਾ ਮਤਲਬ ਹੁੰਦਾ ਹੈ 1, ਤਾਂ ਇੱਥੇ ਦੀ ਜਿਹੜੀ ਘਾਤ ਹੈ ਉਹ ਹੈ 0। 5 ਵਿੱਚੋਂ ਸਾਨੂੰ ਇਹ ਪੁੱਛਿਆ ਗਿਆ ਵੀ ਜਿਹੜੇ ਸਾਨੂੰ ਆਹ ਬਹੁਪਦ ਦਿੱਤੇ ਹੋਏ ਹੈ ਉਹਨਾਂ ਵਿੱਚੋਂ ਰੇਖੀ ਬਹੁਪਦ ਕਿਹੜਾ ਹੈ, 2 ਘਾਤੀ ਕਿਹੜਾ ਤੇ 3 ਘਾਤੀ ਕਿਹੜਾ ਹੈ। ਤਾਂ ਆਪਾਂ ਬਿਲਕੁਲ ਸੌਖਾ ਜਿਹਾ ਤਰੀਕਾ ਹੈ, ਵੱਡੀ ਤੋਂ ਵੱਡੀ ਘਾਤ ਦੇਖ ਲੈਣੀ ਹੈ। ਇਹਦੀ ਵੱਡੀ ਘਾਤ 2 ਹੈ ਤੇ ਇਹਨੂੰ ਕਵਾਂਗੇ ਆਪਾਂ 2 ਘਾਤੀ। ਦੂਸਰੇ ਦੇ ਵਿੱਚ ਸਭ ਤੋਂ ਵੱਡੀ ਘਾਤ ਹੈ 3, ਇਹਨੂੰ ਕਵਾਂਗੇ ਆਪਾਂ 3 ਘਾਤੀ। ਤੀਸਰੇ ਦੇ ਵਿੱਚ ਆਪਾਂ ਦੇਖਿਆ ਜਿਹੜੀ ਸਭ ਤੋਂ ਵੱਡੀ ਘਾਤ ਹੈ ਉਹ ਹੈ 2, ਉਹਨੂੰ ਕਵਾਂਗੇ ਆਪਾਂ 2 ਘਾਤੀ। ਚੌਥੇ ਨੂੰ ਆਪਾਂ ਦੇਖਿਆ ਇਹਦੀ ਸਭ ਤੋਂ ਵੱਡੀ ਘਾਤ ਇੱਥੇ 1 ਹੈ, ਜੇ ਘਾਤ 1 ਹੋਵੇ ਤਾਂ ਉਹਨੂੰ ਆਪਾਂ ਕਹਿੰਦੇ ਆ ਰੇਖੀ ਬਹੁਪਦ। ਪੰਜਵੇਂ ਦੇ ਵਿੱਚ ਫੇਰ ਦੇਖੋ ਇੱਥੇ 1 ਹੈ ਪਾਵਰ, ਇਹ ਵੀ ਰੇਖੀ ਬਹੁਪਦ ਹੋ ਗਿਆ। ਇੱਥੇ ਪਾਵਰ 2 ਹੈ ਤਾਂ ਇਹ 2 ਘਾਤੀ ਹੋ ਗਿਆ। ਇੱਥੇ 3 ਹੈ ਤਾਂ ਆਹ 3 ਘਾਤੀ ਹੋ ਗਿਆ। ਪੂਰੀ ਆਸ ਹੈ ਕਿ ਤੁਹਾਨੂੰ ਇਹ ਪੂਰਾ ਜਿਹੜਾ ਹੈਗਾ ਬੇਸਿਕਸ ਤੇ ਨਾਲ ਹੀ ਇਹ ਐਕਸਰਸਾਈਜ਼ ਅੱਛੀ ਤਰ੍ਹਾਂ ਸਮਝ ਆ ਗਈ ਹੋਏਗੀ। ਬਹੁਤ ਹੀ ਪਿਆਰੇ ਤੇ ਸਮਝਦਾਰ ਵਿਦਿਆਰਥੀਓ, ਵੀਡੀਓ ਨੂੰ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ, ਤਾਂ ਤੁਸੀਂ ਲਾਈਕ ਤੇ ਸ਼ੇਅਰ ਦਾ ਬਟਨ ਦਬਾ ਕੇ ਮੇਰੀ ਇਸ ਮਿਹਨਤ ਦਾ ਮੁੱਲ ਮੋੜ ਸਕਦੇ ਹੋ। ਥੈਂਕ ਯੂ। ਹੈਵ ਅ ਨਾਈਸ ਡੇ।